ਰਹਿਣ ਪਾਉਂਦਿਆਂ ਗੁਰ ਬਿਨ ਕੋਰ ਅੰਧਾਰ। ਜੁਗੋ ਜੁਗ ਕਲ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੇ ਅੱਜ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖ ਕਰਕੇ ਸਾਰੀਆਂ ਸੰਤਾਂ ਗੁਰੂ ਪ੍ਰੇਮ ਦੇ ਵਿੱਚ ਜੁੜ ਬੈਠੇ ਹੋ। ਸੋ ਗੁਰੂ ਪਿਆਰ ਵਾਲਿਓ, ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਬੁਲਾਓ ਦੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿਆਰਿਓ, ਆਪਾਂ ਵਡਭਾਗੇ ਹਾਂ ਜੋ ਆਪਣੇ ਮੌਜੂਦਾ ਗੁਰੂ, ਜੋ ਇਸ ਵੇਲੇ ਗੱਦੀ ਤੇ ਵਿਰਾਜਮਾਨ ਨੇ, ਤਖਤਾਂ ਤੇ ਰੋਜ਼ ਸਜਦੇ ਨੇ, ਉਸ ਮੌਜੂਦਾ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਤੇ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਕਿਉਂਕਿ ਜਿਵੇਂ ਭਾਈ ਸਾਹਿਬ ਜੀ ਬੜੇ ਪਿਆਰ ਨਾਲ ਹੁਣੇ ਸਮਝਾ ਰਹੇ ਸੀ ਕਿ ਭਾਈ ਗੁਰਦਾਸ ਜੀ ਨੇ ਜੋ ਲਿਖਿਆ ਹੈ ਕਿ ਇਸ ਧਰਤੀ ਦੇ ਉੱਤੇ ਇੰਨਾ ਪਾਪ, ਇੰਨਾ ਅਤਿਆਚਾਰ, ਇੰਨਾ ਜ਼ੁਲਮ ਕਿਉਂ ਵੱਧ ਗਿਆ। ਤੇ ਉਹਨਾਂ ਦੇਖਿਆ ਕਿ ਗੁਰੂ ਤੋਂ ਬਿਨਾਂ ਅਗਿਆਨਤਾ ਹੈ, ਗੁਰੂ ਤੋਂ ਬਿਨਾਂ ਲੋਕ ਬੇਸਮਝ ਹਨ, ਜਿਸ ਕਰਕੇ ਅਗਿਆਨਤਾ ਕਰਕੇ ਇੱਥੇ ਚਾਰੇ ਪਾਸੇ ਹੀ ਵੈਰ ਵਿਰੋਧ, ਜਾਤ ਪਾਤ, ਊਚ ਨੀਚ, ਈਰਖਾ, ਨਿੰਦਿਆ, ਦੁਬਦਾ ਹੋ ਰਹੀ ਹੈ। ਤੇ ਜੇ ਇਹਨਾਂ ਨੂੰ ਪੂਰਨ ਗੁਰੂ ਮਿਲ ਜਾਵੇ ਤੇ ਫਿਰ ਇੱਥੇ ਇਹ ਅਤਿਆਚਾਰ ਜਿਹੜਾ ਜ਼ੁਲਮ ਹੋ ਰਿਹਾ ਹੈ, ਕਿਉਂਕਿ ਗਿਆਨ ਤੋਂ ਵੱਡਾ ਕੋਈ ਸ਼ਸਤਰ ਨਹੀਂ ਹੈ ਜਿਹੜਾ ਦੁਸ਼ਮਣ ਨੂੰ ਮਾਰ ਸਕੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਫਿਰ ਗਿਆਨ ਦਾ ਸਾਗਰ ਬਣਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਧਰਤੀ ਤੇ ਭੇਜਿਆ। ਉਹੀ ਬਾਣੀ, ਉਹੀ ਉਪਦੇਸ਼ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਦੇ ਰੂਪ ਵਿੱਚ ਲਿਖ ਦਿੱਤਾ, ਜਿਹਨੂੰ ਅੱਜ ਵੀ ਅਸੀਂ ਉਸੇ ਤਰ੍ਹਾਂ ਪੜ੍ਹਦੇ ਹਾਂ। ਸੋ ਪਿਆਰਿਓ, ਆਪਾਂ ਇਹ ਸਮਝਣਾ ਹੈ ਕਿ ਗੁਰੂ ਦੀ ਲੋੜ ਕਿਉਂ ਹੁੰਦੀ ਹੈ, ਗੁਰੂ ਕਾਹਦੇ ਵਾਸਤੇ ਧਰਤੀ ਤੇ ਆਉਂਦਾ ਹੈ। ਕਿਉਂਕਿ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਸਾਨੂੰ ਇਸ ਗੱਲ ਦੀ ਸੋਝੀ ਆਉਂਦੀ ਹੈ ਕਿ ਇਹ ਜਿਹੜਾ ਸੰਸਾਰ ਹੈ ਨਾ, ਇਹ ਦੋ ਦੇਸ਼ ਨੇ, ਇੱਕ ਲੋਕ ਹੈ, ਇੱਕ ਪਰਲੋਕ ਹੈ। ਕਿੰਨੇ ਦੇਸ਼ ਨੇ ਜੀ? ਇਹ ਦੋ। ਉੱਚੀ ਬੋਲ ਕੇ ਦੱਸਣਾ, ਜੇ ਨਾ ਸਮਝ ਲੱਗੇ ਤੁਸੀਂ ਮੈਨੂੰ ਪੁੱਛ ਲੈਣਾ, ਭਾਵੇਂ 10 ਵਾਰ ਪੁੱਛੋ, ਭਾਵੇਂ 100 ਵਾਰ ਪੁੱਛੋ, ਇੱਕੋ ਗੱਲ ਆਪਾਂ ਦੁਹਰਾਵਾਂਗੇ। ਪਰ ਜੇ ਮੈਂ ਬੋਲਿਆ ਤੁਹਾਨੂੰ ਸਮਝ ਆ ਗਈ, ਫਿਰ ਮੈਂ ਵੀ ਪੁੱਛਾਂਗਾ, ਠੀਕ ਹੈ? ਫਿਰ ਮੈਂ ਵੀ ਖੜੇ ਕਰਕੇ ਕਿਸੇ ਨੂੰ ਪੁੱਛਣਾ, ਦੱਸੋ ਭਾਈ ਕੀ ਸਮਝ ਆਇਆ, ਕੀ ਸੁਣ ਕੇ ਜੀ। ਇਸ ਕਰਕੇ ਬੜੇ ਧਿਆਨ ਨਾਲ ਸੁਣਨਾ, ਜਿਹੜੀ ਗੱਲ ਪੁੱਛੀ ਜਾਵੇ ਉੱਚੀ ਆਵਾਜ਼ ਵਿੱਚ ਸਾਰਿਆਂ ਨੇ ਜਵਾਬ ਦੇਣਾ ਕਿ ਆਹ ਗੱਲ ਹੈ, ਠੀਕ ਹੈ? ਹੁਣ ਸਤਿਗੁਰੂ ਜੀ ਪਾਤਸ਼ਾਹ ਬਾਣੀ ਵਿੱਚ ਸਮਝਾਉਂਦੇ ਨੇ ਕਿ ਸਾਡੇ ਦੋ ਦੇਸ਼ ਨੇ, ਇੱਕ ਲੋਕ ਹੈ ਤੇ ਦੂਸਰਾ ਪਰਲੋਕ ਹੈ। ਅਸੀਂ ਸਾਰੇ ਜੀਵ ਜਿੰਨੇ ਵੀ ਇਸ ਧਰਤੀ ਉੱਤੇ ਬੈਠੇ ਹਾਂ, ਇਹ ਧਰਤੀ, ਇਹ ਮਾਤ ਲੋਕ ਪਰਦੇਸ ਹੈ। ਇਹ ਕੀ ਹੈ? ਪਰਦੇਸ। ਸਾਡਾ ਆਪਣਾ ਦੇਸ਼ ਨਹੀਂ ਹੈ। ਇਹ ਕਿਹਦਾ ਦੇਸ਼ ਹੈ? ਇਹਨੂੰ ਸਤਿਗੁਰੂ ਕਹਿੰਦੇ ਖੰਡ ਪਤਾਲ ਦੀਪ ਸਭ ਲੋਆ, ਕਾਲੇ ਕੇ ਵਸ ਆਪ ਪ੍ਰਭ ਕੀਆ। ਇਹ ਕਾਲ ਦਾ ਦੇਸ਼ ਹੈ, ਜਿਹਨੂੰ ਸ਼ੈਤਾਨ ਕਹਿੰਦੇ ਹਾਂ, ਜਿਹਨੂੰ ਮਾਇਆ ਕਹਿੰਦੇ ਹਾਂ। ਇਹ ਮਾਇਆ ਦੀ ਨਗਰੀ ਹੈ ਇਹ ਸੰਸਾਰ, ਇਹ ਕਾਲ ਦਾ ਦੇਸ਼ ਹੈ। ਹੁਣ ਇੱਕ ਹੋ ਗਿਆ ਮਾਤ ਲੋਕ, ਜਿਸ ਲੋਕ ਦੇ ਵਿੱਚ
ਅਸੀਂ ਇਸ ਸਰੀਰ ਵਿੱਚ ਰਹਿੰਦੇ ਹਾਂ। ਸਰੀਰ ਤੋਂ ਬਾਅਦ ਘਰ ਪਰਿਵਾਰ, ਧੀਆਂ ਪੁੱਤਰ, ਪਿੰਡ ਨਗਰ ਧਰਤੀ ਆਪਣਾ ਦੇਸ਼ ਬਣਾ ਲੈਂਦੇ ਹਾਂ। ਇੱਕ ਇਹ ਲੋਕ ਹੈ, ਇਹਨੂੰ ਕਹਿੰਦੇ ਨੇ ਮਾਤ ਲੋਕ, ਜਿਹੜਾ ਮਾਤਾ ਦੀ ਕਿਰਪਾ ਸਦਕਾ ਜਨਮ ਲੈ ਕੇ ਆਪਾਂ ਫਿਰ ਧਰਤੀ ਤੇ ਆ ਕੇ ਦੇਖਿਆ ਵੀ ਇਹ ਵੀ ਇੱਕ ਦੁਨੀਆ ਹੈ। ਇੱਕ ਹੈ ਪਰਲੋਕ। ਇੱਕ ਕਿਹੜਾ ਦੇਸ਼ ਹੈ? ਪਰਲੋਕ, ਜਿਹਨੂੰ ਅਸੀਂ ਸੱਚਖੰਡ ਵੀ ਕਹਿੰਦੇ ਹਾਂ, ਜਿਹਨੂੰ ਨਿਰੰਕਾਰ ਦਾ ਦੇਸ਼ ਕਹਿੰਦੇ ਹਾਂ। ਉਹ ਸਾਡਾ ਸਾਰਿਆਂ ਦਾ ਆਪਣਾ ਅਸਲੀ ਘਰ ਹੈ। ਉਹ ਕਿਹਦਾ ਘਰ ਹੈ ਜੀ? ਉਹ ਸਾਡਾ ਸਾਰਿਆਂ ਦਾ ਅਸਲੀ ਘਰ ਹੈ। ਧਰਤੀ ਦੇ ਉੱਤੇ ਆਪਾਂ ਪਰਦੇਸੀ ਹਾਂ, ਬਗਾਨੇ ਦੇਸ਼ ਤੋਂ ਚੱਲ ਕੇ ਆਏ ਹਾਂ, ਬਗਾਨੇ ਦੇ ਘਰ ਵਿੱਚ ਰਹਿ ਰਹੇ ਹਾਂ। ਜਿਹਨੂੰ ਪਾਤਸ਼ਾਹ ਕਹਿੰਦੇ ਕਾਹਦੇ ਲਈ ਆਏ ਸੀ? ਕਹਿੰਦੇ ਪਰਦੇਸ ਝਾਕ ਸੌਦੇ ਕੋ ਆਇਆ। ਵਾਹਿਗੁਰੂ ਜੀ ਨੇ ਆਪਣੇ ਇਸ ਬੱਚੇ ਨੂੰ ਇਸ ਲੋਕ ਵਿੱਚ ਭੇਜਿਆ, ਇਸ ਧਰਤੀ ਦੇ ਉੱਤੇ ਭੇਜਿਆ। ਕਾਹਦੇ ਲਈ? ਸੌਦਾ ਕਰਨ ਵਾਸਤੇ। ਹੁਣ ਆਪਾਂ ਪਿਆਰਿਓ ਜਿਸ ਧਰਤੀ ਤੇ ਰਹਿ ਰਹੇ ਹਾਂ, ਇਹ ਸਾਡਾ ਕਿਸੇ ਦਾ ਵੀ ਆਪਣਾ ਦੇਸ਼, ਆਪਣਾ ਘਰ ਨਹੀਂ ਹੈ। ਜਿਸ ਕਰਕੇ ਭਾਵੇਂ ਕਿੰਨੀ ਵੀ ਮੱਲ ਮਾਰ ਲਈਏ, ਕਿੰਨੇ ਵੀ ਦਾਅਵੇ ਕਰ ਲਈਏ, ਮੈਂ ਇੱਥੋਂ ਨਹੀਂ ਜਾਣਾ, ਮੈਂ ਇਹਨੂੰ ਨਹੀਂ ਛੱਡਣਾ, ਪਰ ਸੱਚਾਈ ਇਹ ਹੈ ਇੱਕ ਦਿਨ ਸਾਨੂੰ ਸਭ ਨੂੰ ਛੱਡ ਕੇ ਜਾਣਾ ਹੀ ਪਏਗਾ। ਸਭ ਨੂੰ ਛੱਡ ਕੇ ਜਾਣਾ ਪਏਗਾ। ਇਸ ਕਰਕੇ ਜਿਹੜਾ ਲੋਕ ਤੇ ਪਰਲੋਕ ਹੈ, ਭਾਵ ਪਰਲੋਕ ਇਸ ਲੋਕ ਕਾਲ ਤੋਂ ਅੱਗੇ ਅਕਾਲ ਪੁਰਖ ਦਾ ਦੇਸ਼, ਨਿਰੰਕਾਰ ਵਾਹਿਗੁਰੂ ਜੀ ਦਾ ਦੇਸ਼, ਇੱਥੇ ਵੀ ਉਹੀ ਵਸਦਾ ਹੈ। ਇਹਨੂੰ ਸਮਝਣ ਵਾਸਤੇ ਥੋੜਾ ਹੋਰ ਗਹਿਰੇ ਜਾਵਾਂਗੇ ਤੇ ਉਸ ਲੋਕ ਤੇ ਪਰਲੋਕ ਦੇ ਦਰਮਿਆਨ ਇੱਕ ਭਵ ਸਾਗਰ ਹੈ। ਲੋਕ ਤੇ ਪਰਲੋਕ ਦੇ ਵਿਚਾਲੇ ਕੀ ਹੈ? ਇੱਕ ਭਵ ਸਾਗਰ, ਜਿਹਨੂੰ ਲੰਘਣ ਵਾਸਤੇ ਬੜੇ ਤਰ੍ਹਾਂ ਦੇ ਲੋਕ ਪਖੰਡ ਕਰਦੇ ਨੇ। ਕੋਈ ਕਹਿੰਦਾ ਜੀ ਸੋਨੇ ਦੀ ਗਊ ਬਣਾ ਕੇ ਦਾਨ ਦਿਓ ਤਾਂ ਭਵ ਸਾਗਰ ਪਾਰ ਹੋਣਾ। ਕੋਈ ਕਹਿੰਦਾ ਨਹੀਂ ਜੀ ਇੱਥੇ ਪੌੜੀ ਲਾਣੀ ਪੈਣੀ ਹੈ, ਕੋਈ ਪੌੜੀ ਸੋਨੇ ਦੀ ਬਣਾ ਕੇ ਦਿਓ ਤਾਂ ਪਾਰ ਲੰਘਿਆ ਜਾਣਾ। ਬੜੇ ਤਰ੍ਹਾਂ ਦੇ ਵਹਿਮ ਇਸ ਚੀਜ਼ ਉੱਤੇ ਪਾਏ ਜਾਂਦੇ। ਪਰ ਅਸੀਂ ਗੁਰੂ ਜੀ ਨੂੰ ਪੁੱਛਣਾ, ਹੁਣ ਜੋ ਉਹ ਭਵ ਸਾਗਰ ਹੈ, ਉਹ ਲੋਕ ਤੇ ਪਰਲੋਕ ਦੇ ਦਰਮਿਆਨ ਦੀ ਹੱਦਬੰਦੀ ਹੈ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਭਵ ਜਲ ਵਿਖਮ ਡਰਾਵਣੋ, ਨਾ ਕੰਦੀ ਨਾ ਪਾਰ, ਨਾ ਬੇੜੀ ਨਾ ਤੁਲਹੜਾ, ਨਾ ਵੰਝ ਨਾ ਮਲਾ। ਹੁਣ ਉਸ ਭਵ ਸਾਗਰ ਦੇ ਵਿੱਚ ਜੀਵ ਡੁੱਬਦੇ ਨੇ। ਹੁਣ ਜਦੋਂ ਬੱਚੇ ਇਸ ਧਰਤੀ ਉੱਤੇ ਵਾਹਿਗੁਰੂ ਜੀ ਤੋਂ ਹੁਕਮ ਲੈ ਕੇ, ਸਵਾਸਾਂ ਦਾ ਧਨ ਲੈ ਕੇ ਖੇਲਣ ਵਾਸਤੇ ਤਾਂ ਆ ਗਏ, ਪਰ ਇੱਥੇ ਆ ਕਰਕੇ ਇਹ ਕਾਲ ਦਾ ਦੇਸ਼ ਸੀ, ਮਾਇਆ ਦਾ ਦੇਸ਼ ਸੀ। ਇੱਥੇ 5 ਚੋਰ ਪ੍ਰਧਾਨ ਸੀ। ਉਹਨਾਂ ਨੇ ਇਸ ਮਨ ਨੂੰ ਉਲਝਾ ਲਿਆ, ਜਿਹਨੂੰ ਪਾਤਸ਼ਾਹ ਕਹਿੰਦੇ ਕਾਲ ਜਾਲ ਚੋਗ ਵਿਸਤਾਰੀ, ਪੰਖੀ ਜਿਉ ਕਹਾਵਤ ਹੈ, ਕਹੋ ਨਾਨਕ ਬੰਧਨ ਕਾਟਨ ਕੋ ਹਮ ਸਤਿਗੁਰ ਪੁਰਖ ਧਿਆਵਤ। ਕਾਲ ਨੇ ਜਾਲ ਪਾਇਆ। ਜਦੋਂ ਕਾਲ ਨੇ ਜਾਲ ਪਾਇਆ ਨਾ ਪਿਆਰਿਓ, ਇਹ ਮਨ ਬੱਚਾ ਉਸ ਜਾਲ ਵਿੱਚ ਫਸ ਗਿਆ। ਹੁਣ ਫਸਿਆ ਹੋਇਆ ਵਾਪਸ ਆਪਣੇ ਘਰ ਨਹੀਂ ਜਾ ਰਿਹਾ। ਸਾਰਾ ਦਿਨ ਲੋਕ ਦੀਆਂ ਗੱਲਾਂ, ਲੋਕ ਦੇ ਵਿੱਚ ਈਰਖਾ, ਲੋਕ ਦੇ ਵਿੱਚ ਵੈਰ ਵਿਰੋਧ ਕਰਦਾ ਹੈ, ਆਪਣੇ ਘਰ ਦੀ ਗੱਲ ਹੀ ਨਹੀਂ ਕਰਦਾ। ਪਰ ਸਤਿਗੁਰੂ ਕਹਿੰਦੇ ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤੇ ਜਾਣ। ਕਹਿੰਦੇ ਭਾਈ ਇਹ ਤੇਰਾ ਘਰ ਥੋੜੀ ਹੈ ਜਿੱਥੇ ਤੂੰ ਡੇਰਾ ਲਾਈ ਬੈਠਾ ਹੈ। ਪਾਤਸ਼ਾਹ ਤੇ ਅਸਲੀ ਘਰ ਕਿਹੜਾ ਹੈ? ਕਹਿੰਦੇ ਉਹਾ ਡੇਰਾ ਦਾ ਸੰਜਮੋ ਗੁਰ ਕੇ ਸ਼ਬਦ ਪਛਾਣ। ਅਸਲੀ ਘਰ ਨੂੰ, ਆਪਣੇ ਅਸਲੀ ਡੇਰੇ ਨੂੰ, ਆਪਣੇ ਅਸਲੀ ਮਹਿਲ ਦੀ ਪਹਿਚਾਣ ਕਰ। ਹੁਣ ਪਿਆਰਿਓ, ਜੇ ਧਰਤੀ ਦੇ ਉੱਤੇ ਗੁਰੂ ਨਹੀਂ ਹੋਏਗਾ, ਗੁਰੂ ਉਹ ਮੋਹਿਤ ਹੈ, ਗੁਰੂ ਉਹ ਜਹਾਜ਼ ਹੈ ਜਿਹੜਾ ਕੀ ਕਰਦਾ ਹੈ?
साडी सुरत नूं लोक विचों कढ के, बगाने घर चों कढ के अपने माता पिता कोल लैके जाता है। जिस तरह असीं कनेडा बच्चे भेज दिंदे हन, हुण पिछले 2 साल तो फ्लाइटां बंद ने, साडे कईयां दे बच्चे उत्थे बैठे कल्पदे ने कि वापस तां आउणा चाहुंदे आ, माता पिता नूं मिलना तां चाहुंदे आ, पर मिलीए किवें? कोई जहाज ही ऐसा उड़ के नहीं आता जिहड़ा मिला दे। समुद्रों पार लैके जाण वाला कोई जहाज ही नहीं नजर आउंदा जिहड़ा माता पिता नूं मिला दे। कईयां दे इधर बैठे माता पिता तरसदे ने जां बच्चे तरसदे ने कि असीं उधर जाना है। इसे तरह ही असीं सारे अपने असली माता पिता तो विछड़ गए हाँ। पढ़ते हैं ना, बहुत जन्म बिछड़े थे मातो, ये जन्म तुम्हारे लेखे। हुण जेड़े बच्चे लोक विच आ गए, हुण लोक विच मिलाना किहनां ने सी? संतां दी ड्यूटी सी कि तुसीं भाई इन्हां नूं नाम दे बेड़े ते चाढ़ के ते रब दे घर मिलाओ। पर उन्हां ने की कर दिता, जो भाई साहब ने हुणे वचन सुनाए कि जेड़े काजी सी वो झूठ बोल बोल के उन्हां झूठ दा व्यापार चला लिया। जेड़े पंडित सी जिन्हां ने ब्रह्म दा ज्ञान कराना सी, जिन्हां ने सच्चे नाम दा भेद दे के जीवां नूं अपने घर पहुंचाना सी, उन्हां ने भी बिजनेस बना लिया धर्म। इसे तरह ये तिन्ने सी जेड़े जोगी सी, वो भी असली जोग नूं भुल गए, किदां सुरत नूं नाम नाल जोड़ना। ये जोग भुल ही गए, वो शरीर ही पुट्ठा सीधा करते रह गए, दुनियावी जोग कमान लग गए। जिस करके महाराज कहते तिन्ने उजाड़े दा बंध बन गए। इन्हां ने सुरतियां नूं अपने घर पहुंचाना सी, घर बसाने सी, पर बसाण दी बजाए इन्हां ने ऐसा व्यापार किया कि पातशाह कहते झूठ बोल बोल के। हुण देखो, जे काजी सच्चा हुंदा ते वो जीवां नूं कहंदा भाई उत्थे केवल जो पढ़दे आ नानक नाम जहाज है चढ़े सोतरे भाई, नाम दा व्यापार करो, तुसी नाम दे बेड़े ते सुरत सवार करो तां जो तुसी अपने घर पहुंच सको। पर उन्हें भी उलझा लिया। इसे तरह जे पंडित सच्चा हुंदा ते कहंदा भाई तुसी नाम दा ध्यान करो, नाम दे उत्ते सुरत नूं सवार करो तां तुसी बेगमपुरे सचखंड पहुंच सकदे हो। पर वो कहंदा नहीं जी, तुसी गां दान करो, तुसी सोने दी गां दान करो, तुसी आ भी दान करो, वो भी दान करो, फिर लगना। इस तरह उन्होंने पलझा लिया। पर जो गुरु हुंदा है वो बेड़ा है जिहड़ा सानू लोक तो परलोक तक लैके जाता है। इस गल नूं बड़े ध्यान नाल समझना। हुण ये लोक तो परलोक लैके जाण वास्ते धरती दे उत्ते इक्को ही गुरु है, इक्को ही बेड़ा है। अज दा नहीं, महाराज कहंदे आद अंत एक है अवतारा सोई गुरु समझो। जदों तो धरती बनी है उदों तो जे कोई सुरत लोक तो परलोक तक पहुंची है, कोई सचखंड बेगमपुरे अगम शहर तक सुरत पहुंची है, तिन्ना गुणा चों निकल के तुरिया अवस्था चौथे पद विच कोई गया है, ते उत्थे लिजाण वास्ते केवल शब्द ही गुरु रहा है। अज दा नहीं, सतयुग तो लैके त्रेते द्वापर दे विच भी गुरु शब्द ही है, ते ओ बाणी ने ही हर एक जीव नूं तारिया है। जिन्हों पढ़ते हाँ बाणी गुरु, गुरु है बाणी बिच बाणी अमृत सारे, गुर बाणी कह सेवक जन माने परतख गुरु विसारे। इस करके ये बाणी जो है सानू परमात्मा दे नाल मिला रही है। जिवें गुरु नानक देव महाराज उस वेले कौड़े वर्गे राक्षसां नूं रब नाल मिला के सज्जन बना रहे सी, ऐदां ही अज भी ये गुरु पातशाह जी की बाणी सानू परमात्मा नाल मिला रही है। इस करके आओ 2 मिनट सारे पहला अखां बंद करके
ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਜਿਨ੍ਹਾਂ ਨੇ ਸਾਡੇ ਵਾਸਤੇ ਕਲਯੁਗ ਦੇ ਵਿੱਚ ਇੰਨੇ ਮਹਾਨ ਗੁਰੂ ਐਸੇ ਰਹਿਬਰ ਨੂੰ ਸਾਡੇ ਵਾਸਤੇ ਭੇਜਿਆ ਹੈ ਜੋ ਬੜੇ ਸੌਖੇ ਢੰਗ ਦੇ ਨਾਲ, ਸੌਖੇ ਤਰੀਕੇ ਦੇ ਨਾਲ ਹੀ ਸਾਨੂੰ ਪਰਮਾਤਮਾ ਨਾਲ ਜੋੜੀ ਜਾ ਰਿਹਾ ਹੈ। ਜਿਹੜਾ ਨਹੀਂ ਕਹਿੰਦਾ ਤੁਸੀਂ ਕੱਪੜੇ ਉਤਾਰ ਕੇ ਨਾਂਗੇ ਬਣ ਜਾਓ, ਜਿਹੜਾ ਨਹੀਂ ਕਹਿੰਦਾ ਤੁਸੀਂ ਜਟਾ ਰੱਖ ਕੇ ਜਟਾਧਾਰੀ ਹੋ ਜਾਓ, ਜਿਹੜਾ ਨਹੀਂ ਕਹਿੰਦਾ ਤੁਸੀਂ ਪਰਿਵਾਰ ਛੱਡ ਕੇ, ਗ੍ਰਸਥ ਛੱਡ ਕੇ, ਆਪਣੇ ਧੰਦੇ ਛੱਡ ਕੇ ਜੰਗਲਾਂ ਨੂੰ ਚਲੇ ਜਾਓ, ਉਹ ਤਾਂ ਕਹਿੰਦਾ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਤੇ ਪਾਈ। ਐਸਾ ਗੁਰੂ ਸਾਨੂੰ ਪ੍ਰਾਪਤ ਹੋਇਆ ਕਿ ਪਾਤਸ਼ਾਹ ਦੀ ਰਹਿਮਤ ਹੋਈ। ਇਸ ਕਰਕੇ ਆਓ ਵਾਹਿਗੁਰੂ ਜੀ ਦਾ 5 ਮਿੰਟ ਲਈ ਸਾਰੀ ਸੰਗਤ ਪਹਿਲਾਂ ਸ਼ੁਕਰਾਨਾ ਕਰੀਏ। ਅੱਖਾਂ ਬੰਦ ਕਰ ਲੈਣੀਆਂ। ਰਸਨਾ ਦੇ ਨਾਲ ਬੋਲਣਾ ਹੈ। ਕੀ ਬੋਲਣਾ ਹੈ? ਵਾਹਿਗੁਰੂ ਗੁਰ ਮੰਤਰ ਹੈ। ਜਪ ਹਉਮੈ ਕੋਈ ਆਓ, ਅੱਖਾਂ ਬੰਦ ਕਰਕੇ ਸਾਰੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨਾ ਕਰੀਏ ਤੇ ਸਾਰਿਆਂ ਨੇ ਅਰਦਾਸ ਦੇ ਨਾਲ ਨਾਲ ਇੱਕੋ ਹੀ ਲਹਿਰ ਵਿੱਚ ਬੋਲਾਂਗੇ। ਧਿਆਨ ਰੱਖਣਾ, ਜਦੋਂ ਬੋਲਣਾ ਹੈ ਨਾ ਉਦੋਂ ਆਪਣੀ ਹੀ ਆਵਾਜ਼ ਨੂੰ ਬੜੇ ਧਿਆਨ ਨਾਲ ਸੁਣਨਾ। ਫਿਰ ਸੁਰਤ ਸਾਡੀ ਇਕਾਗਰ ਹੋਏਗੀ, ਮਨ ਇੱਧਰ ਉੱਧਰ ਨਹੀਂ ਭਟਕੇਗਾ। ਜਿਹਨੂੰ ਗੁਰੂ ਜੀ ਕਹਿੰਦੇ ਨੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਆਓ ਸਾਰੇ ਪ੍ਰਭੂ ਪਿਆਰ ਦੇ ਵਿੱਚ ਜੁੜੀਏ ਜੀ। ਕਰੋ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
वाहिगुरु 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 वाहिगुरु। वाहिगुरु जी का खालसा वाहिगुरु जी की फतेह। प्यारे जिन्हों असीं वाहिगुरु कहते हाँ, कोई नारायण कहता है, कोई हरि कहता है, कोई अल्लाह कहता है। गुरबाणी गुरु जी सानू उसे वाहिगुरु का भेद देते, ज्ञान कराते ने है कौन। पुकार दी तो सारी दुनिया है, पर वो है कौन, रहिंदा किथे है किहो जिहा, ये सारा भेद बाणी दे रही है। यही ज्ञान देने वास्ते गुरु अर्जन देव पातशाह जी ने भाई गुरदास जी के कोलों सब भगतां दी, गुरु साहबाना दी बाणी कतर करा करके उस वेले ये सारे ही ज्ञान नो जो उन्होंने जीवन का अनुभव सी, जो कबीर महाराज जी ने अनुभव किया। कबीर महाराज कहते कि मैं पहला मैं जब जीवन में सोचे आते ही जिंदगी मिली किते एवें काम धंधे करते रोते कलाते ना जावे, कुछ ना कुछ जिंदगी च खटना चाहिए, कुछ करना चाहिए, पर की करिए ये समझ ना आया। पर कहते मैं सोचा मैं जिमें रामायण ग्रंथ है और ग्रंथ ने जिन्हां च बड़ियां साखियां ने, पुरातन इतिहास दीयां साखियां कहते मैं पढ़िया। जदों पढ़ लिया ते पढ़ के की होया, कहते पढ़ के मेरे अंदर कोई रब नूं मिलण दी इच्छा नहीं जागी, पढ़ के कोई रब दे राह ते तुरन दी जिग्यासा नहीं जागी। कहते मेरे अंदर ना बस ज्ञान भर गया, गल्लां भर गईयां बहुत सारियां। वो तो हुंदा ही ऐसे भी चार गल्लां भर लईए, पर जिंदगी च सच जाणियो जिन्हां ने कदे गहरा बह के देखिया ना अपने आप नूं, कहते जिन्ना दुख मेरे ज्ञान ने मैनूं दिता ना, इन्ना दुखी कदे किसी ने नहीं किया। जे अधूरा ज्ञान होवे वो बड़ा बंदे नूं दुख दिंदा है, कदम कदम ते दुख दिंदा है। हुण बच्चे क्यों सुखी ने, ना चंगे दा पता है, ना माड़े दा पता है, बेपरवाह। ते जदों थोड़ी जी सोची आ जाती है, हर बंदा गल गल उत्ते दुखी हुंदा है, किसी नूं सुन के दुखी हुंदा है, किसी नूं देख के दुखी हो जाता है। कबीर महाराज कहते जदों मैं ज्ञान पढ़िया मैं बड़ा दुखी हो गया। क्यों दुखी हो गया? जे ब्राह्मण जी आ गए तो ब्राह्मण जी नाल सिंह फस गए, जे कोई होर आ गया तो ओदे नाल झगड़ा चल पिया। ते भेद तां अपने आप नूं भी नहीं सी जाणिया ते आप भी नहीं सी जाणिया, पर ज्ञान कर गया सी। जिस करके कहते मैं जानिया पढ़ो भलो, ये तजर्बा ना उन्होंने जिंदगी का। उन्होंने जदों तजर्बा प्राप्त किया, उन्होंने कहा मेरे बच्चों को मुड़ के इस राह ना तुरना। हर बाप यही चाहता है, जे मैं इत्थों तक तरक्की की, मेरे बच्चे भी जीरो तो इत्थे तक ही ना चलते रहन, इस तो अगे चलना। इसे तरह
फिर कहते मैं जाने पढ़ो भलो पढ़ो ते भल जोग। कहते फिर जदों मैं देखा कि सुख तो मिले ही नहीं, जिस परम आनंद नूं मैं प्राप्त करना चाहता सी वो तो प्राप्त ही नहीं होया। फिर उन्होंने छड्ड के जोग धार लिया, जोगियां कोल गए, उन्होंने तरीका दसिया इदां श्वास नूं उल्टा लै, अब श्वास वक्त नूं मोड़ के सुन मंडल च बह जा। वो कहते जिन्ना चिर मैं इदां समाधि च बैठे रहना ते बड़ा ही आनंद, कोई दुख नहीं, कोई सुख नहीं, कोई चंगा नहीं, कोई माड़ा नहीं, आनंद ही है ना उत्थे, कोई छोटा नहीं, कोई बड़ा नहीं। पर कहते जदों फिर रोटी खाण कह लो, संसार च प्रवेश करना, इत्थे फिर नाम रौला, मैं फिर रुझ जाना। कहते आनंद मिलिया पर उन्ना नहीं मिलिया जिन्ना चाहिदा सी। मैं जाने पढ़ो भलो पढ़ो ते भल जोग। फिर तीसरी स्टेप ते आए, जदों गुरु कोल गए, कहते कि वो गल नहीं हले बन रही जो मैं चाहता सी ना जिंदगी, वो प्राप्ति हले हुई नहीं, मेरी मंजिल नहीं मैनूं मिली। ते फिर गुरु रामानंद जी कोल गए ते जाके की मिलिया, फिर कहते भगत ना छाड़ो राम की भावे नहीं। ये उन्होंने जीवन का तजर्बा है, उन्होंने अपनी जिंदगी का एक एक अनुभव साडे वास्ते लिख दिता। गुरु अर्जन देव पातशाह जी ने उन्होंने जीवन का तजर्बा अनुभव वो ज्ञान जिहड़ा पूर्ण ब्रह्म ज्ञान सी, जिहड़ा रब नाल जुड़दा सी, उन्होंने इकट्ठा करा के फिर पोथी परमेश्वर का खान दे रूप में साडे अगे प्रगट किया। ते आप पातशाह जी ने फिर पोथी परमेश्वर का खान 1604 ईस्वी हरमंदिर साहिब जी दे विच प्रकाश कराया। ते इन्ना सत्कार बाणी का कीता। जदों सतगुरु जी का सुख आसन पलंग ते होया, पातशाह जी आप भुंजे आसन ला के सुते कि मेरे सतगुर इन्ने बड़े ने, बाणी इन्नी उच्ची है जिहड़ी जुगा जुगा तक संगतां नूं रब नाल जोड़ेगी। तो इस तरह बाकी भाई साहब होरां ने भी इतिहास सानूं सुणाया, पर यह समझिए कि बाणी इतनी महान क्यों है। अज सारी दुनिया नमस्कारां पे करती है, की है इस बाणी दे विच? ये तो आपां नूं पता है महान है, जिस करके असीं महंगे महंगे रुमाला साहब लिया के गुरु जी के उत्ते देंगे, बड़ा आदर मान सत्कार करते हैं, सतगुरु जी नूं जहाज़ां च भी झूठे देंगे। पर गल ये है कि सतगुरु जी दे विच की है जिन्हों असीं खोजना है, जिन्हों पातशाह कह रहे हैं कि जो प्रभ को मिल गोचर है, खोज शब्द में ले। अज लोड़ है इनू आपां खोजी। जिवें भाई साहब होरां बड़ा सोहना उद्यम अगे भी आए सी तां बड़ा वधिया लग्गिया कि संगतां नूं प्रेरदे ने, जोड़दे ने, भाई सहज पाठ करो। ਉਹਦਾ ਕਾਰਨ है बाणी नूं सहज दे नाल पढ़ो। घरां दे विच बैठ के जदों पढ़ोगे, सहज दे नाल पढ़ोगे, एक एक अंग नूं विचारोगे, सानूं पता लगेगा बाणी इतनी महान है। इहदे विच ऐसा खजाना लुकिया होया जिहड़ा किते दुनिया चों नहीं मिल सकदा। इस करके इस बाणी च की है, आओ एक छोटी जी कविता दे विच सरवण करिए, नाल नाल समझते जावांगे, क्योंकि कविता राहीं बहुत सारा जिहड़ा ज्ञान है ना थोड़े समय च पूरा हो जाता। ते जे उन्ना एक एक गल खोलांगे तां काफी समा लग जाता, समा सीमित है। ते आओ बाणी की कह रही है। बाणी गुरु गुरु है बाणी, बिच बाणी अमृत सारे, गुरबाणी कहे सेवक जन माने, पर तक गुरु निस्तारे। बाणी गुरु गुरु है बाणी, जिसने इस दी रमज पछाणी। बाणी गुरु गुरु है बाणी, जिसने इस दी रमज पछाणी। सच दा राह दिखाउंदी है, सच दा राह दिखाउंदी है। मन ने निज कर किंज है जाना,
मन ने निज कर किंज है जाना, इसका भेद बताउंदी है बाणी। गुरु गुरु है बाणी, जिसने इस दी रमज पछाणी, सच दा राह दिखाउंदी है, सच दा राह दिखाउंदी है। मन ने निज कर किंज है जाना, इसदा भेद बताउंदी है। मन ने निज घर किंज है जाना, इसदा भेद बताउंदी है। जो गुरु गोबिंद सिंह महाराज कह के गए सी, जदों सिखा ने पूछा पातशाह जी आप जी शरीर करके, जिवें गुरु नानक देव पातशाह ने देखिया कि साडा शरीर रूपी कपड़ा हुण छिज गया, पुराना हो गया, बुढ़ा हो गया, पर हाले जिहड़ा काम करन आए सी वो तां पूरा नहीं होया। ते सतगुरु जी ने फिर कपड़ा बदल लिया, भाव गुरु नानक वाला चोला ला के गुरु अंगद जी वाला चोला पहन लिया सी, जिन्हों कहते जो तूहा जुगत साइस है काया फिर पलटी। शरीर बदल लिया, विचारधारा जो वो ही जुगती हो ही रही। इसी तरह फिर गुरु अंगद देव महाराज तो बाद गुरु अमरदास, गुरु रामदास, गुरु अर्जन देव पातशाह तो होके 10वें पातशाह तक इसी तरह गुरु की जोत वरतदी रही। पर जदों गुरु गोबिंद सिंह महाराज भी चले ते फिर पुछदे ने पातशाह अज तक जे आपां दुनिया ते भुले भटके लोग पुछदे सी किवें प्यारे नूं मिलना है, किवें अपने गोबिंद दे नाल मिलाप करना है, ते तुसीं सानूं मिलाया करदे सी। पर अज तो बाद हुण कौन मिलाया करेगा, किहनूं आपां गुरु कहांगे। ते गुरु पातशाह जी ने की किया सी, कहंदे आज्ञा भई अकाल की तबे चलायो पंथ, सब सिखन को हुक्म है। ये बेनती नहीं है, ये हुक्म ऑर्डर है, इहदे तो बख्शिया नहीं जाता बंदा। बेनती होवे ते ना मनीए कोई गल नहीं, पर जदों हुक्म लग जाता है ना, हुक्म की कोई ना उल्लंघना करे, कोई ना मन्ने, ओदी तो फिर सजा ही सजा होती है। इस करके गुरु जी ने कहा सी सब सिखन को हुक्म है, गुरु मान्यो ग्रंथ। महाराज जी किस तरह मनना है, कहते गुरु ग्रंथ जी मान्यो प्रगट गुरां की देह। साडा गुरु भी देह विच है, ਅਸੀਂ ਕਹਿੰਦੇ ਦੇਹਧਾਰੀ ਨਹੀਂ, ਸਾਡੇ ਗੁਰੂ ਦੀ ਦੇਹ ਹੈ, ਜਿਸ ਕਰਕੇ ਅਸੀਂ ਬੜੇ ਪਿਆਰ ਨਾਲ ਉਹਨਾਂ ਨੂੰ ਏਸੀ ਵੀ ਲਾਉਂਦੇ ਹਾਂ, ਅਸੀਂ ਰੁਮਾਲਾ ਸਾਹਿਬ ਵੀ ਪਹਿਨਾਉਂਦੇ ਹਾਂ। ਤੇ ਪਾਤਸ਼ਾਹ ਕਹਿੰਦੇ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਝ ਹੈ, ਖੋਜ ਸ਼ਬਦ ਮੈਂ ਜਿਹੜਾ ਵੀ ਚਾਹੁੰਦਾ ਹੈ ਉਹ ਬਾਣੀ ਦੇ ਉਪਦੇਸ਼ ਨੂੰ ਖੋਜੇ, ਕਮਾਵੇ ਤੇ ਆਪਣੇ ਘਰ ਪਹੁੰਚ ਸਕਦਾ ਹੈ। ਤੇ ਅਗਲੇ ਬਚਨ ਕੀ ਕਹਿੰਦੇ ਨੇ, ਮਨ ਤ੍ਰੈ ਗੁਣਾ ਵਿੱਚ ਜਦ ਆਉਂਦਾ, ਕਾਲ ਮਾਇਆ ਜਾਲ ਵਿਛਾਉਂਦਾ। ਮਨ ਤ੍ਰੈ ਗੁਣਾ ਵਿੱਚ ਜਦ ਆਉਂਦਾ, ਕਾਲ ਮਾਇਆ ਜਾਲ ਵਿਛਾਉਂਦਾ। ਹੁਣ ਤ੍ਰੈ ਗੁਣ ਕੀ ਨੇ ਪਿਆਰਿਓ, ਜਿਹਨੂੰ ਪੜ੍ਹਦੇ ਕਹੀਂ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆ ਰਹਿਣ ਬਿਹਾਣੀ। ਅੱਜ ਜਿਸ ਧਰਤੀ ਉੱਤੇ ਅਸੀਂ ਸਵੇਰੇ ਆਉਂਦੇ ਆ ਨਾ, ਰਾਤ ਪੈਂਦੀ ਹੈ, ਆਪਾਂ ਸਾਰੇ ਆ ਸਰੀਰ ਰੂਪੀ ਕੱਪੜਾ ਉਤਾਰ ਕੇ ਵਾਪਸ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਆ। ਸਵੇਰੇ ਪਤਾ ਨਹੀਂ ਹੁੰਦਾ ਸਾਡੇ ਚੋਂ ਕਿਹੜੇ ਦੀ ਅੱਖ ਖੁੱਲਣੀ ਹੈ, ਕਿਹੜਾ ਸਾਡੇ ਨਾਲ ਖੇਲੇਗਾ, ਜਾਂ ਸਵੇਰ ਨੂੰ ਕੋਈ ਰਿਸ਼ਤੇਦਾਰ ਹੀ ਆ ਕੇ ਚੱਕ ਕੇ ਕਹੇਗਾ ਜੀ ਬਸ ਨਹੀਂ ਆਇਆ, ਅੱਜ ਧਰਤੀ ਤੇ ਖੇਲਣ ਨਹੀਂ ਆਇਆ। ਜਦੋਂ ਸਾਡਾ ਮਨ ਸਵੇਰੇ ਧਰਤੀ ਦੇ ਉੱਤੇ ਆਉਂਦਾ ਹੈ, ਸਰੀਰ ਵਿੱਚ ਪ੍ਰਵੇਸ਼ ਕਰਦਾ ਹੈ, ਆ 9 ਦਰਵਾਜ਼ਿਆਂ ਦੇ ਵਿੱਚ ਆਉਂਦਾ ਹੈ, ਕਾਹਦੇ ਲਈ ਆਈਦਾ ਹੈ, ਕੀ ਕਰਨ ਵਾਸਤੇ ਵਾਹਿਗੁਰੂ ਭੇਜਦਾ ਹੈ। ਪੜ੍ਹਦੇ ਨਾ ਭਈ ਪ੍ਰਾਪਤ ਮਾਨੁਖ ਦੇ ਬਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿੰਦੇ ਤੈਨੂੰ ਇੱਥੇ ਮੈਂ ਨਾਮ ਜਪਣ ਲਈ ਭੇਜਿਆ, ਜਿਹਨੂੰ ਕਹਿੰਦੇ ਆ ਬੰਦਾ ਨਾਮ ਦੇ ਜਪਣ ਨੂੰ ਆਇਆ, ਕਾਲ ਨੇ ਜੰਜਾਲ ਪਾ
किथे किथे पाया काल ने। काल जाल जिह्वा नैनी, काल जाल जिह्वा नैनी, कानी काल सुने बिख बैणी। माया ने जंजाल पालिया बंदा, नाम दे जपण नू आया। माया ने जंजाल पालिया, कौतक काले हुक्म पठाया। आज्ञाकारी किनी माया, कौतक काले हुक्म पठाया। आज्ञाकारी किनी माया, माया ने जंजाल पालिया बंदा, नाम दे जपण नू आया। माया ने जंजाल पालिया, माया होई नागनी, जगत रही लपटाए। जो इसकी सेवा करे, जो इसकी सेवा करे, तिस ही को फिर खाए। माया ने जंजाल पालिया बंदा, नाम दे जपण नू आया। माया ने जंजाल पालिया। ये माया कोई पैसे की गल नहीं कर रहे। ये माया की है? रजगुण, तम गुण, सतगुण कही है। ये तेरी सब माया। ये तिन्ना गुणा नू सारे संसार ने अपने यहर विच लपेटिया हुआ है। हुण इस माया के जाल विच फसन करके जदों मन धरती ते आंदा ते की हुंदा प्यारे? आए तां नाम जपण वास्ते, पर इत्थे आंदियां ही जदों माया जाल पा देंदी है ते की हुंदा? जदों माया जाल पांदी ते की हुंदा प्यारे? साडा जिहड़ा मन है ना, जिहड़े काम वास्ते आया हुंदा उधर नहीं तुरदा, वो होर ही पासे भटक जांदा। किवें? बादशाह कहंदे जदों धरती ते आए तां नाम जपण, पर माया दा मुखी जिहड़ा काल है, शैतान है, दो ताकतां ने। एक अकाल दी शक्ति है जिहदे असीं अंश हां, एक काल दी शक्ति इत्थे वरत रही है जिन्हों शैतान कहते हैं, जेड़े पांच चोर जिहदे नौकर ने। हुण वो काल की करदा है? वो जिवें आपां बच्चे नूं 50 रुपये दे के दुकान ते भेजीदा, जा पुत्त फटाफट जाके पत्ती लिया, मैं चाह रखी है, असीं चाह पीनी है। वो रस्ते च गया ते मोहरे चौंक च मदारी बैठा, उन्हें किते बांदर बन्निया, किते न्योल रखे हुए, उन्हें बांदर न्योल दी सप दी लड़ाई करा ते बच्चे का ध्यान किधर लग गया? वो सप देखण लग गया, वो नेवला देखण लग गया, वो बांदर देखण लग गया। वो देखदियां देखदियां बच्चे नूं भुल ही गया भी मैं करन की तुरिया सी, भुल गया। वो हौली हौली इन्ना उस तमाशे विच रुझ गया, उन्हों अपना मकसद ही भुल गया, मैं तुरिया किहड़े काम से। हौली हौली मदारी ने डराना शुरू कर लिया कि जे पैर पट्टिया तो मैं भस्म कर दूं। तमाशा होंदा ना होंदा, जेड़े जेब च जिन्ने पैसे कढ के मैनूं फड़ा दे, वो न्याणे ने कढ के पैसे भी उन्होंने दे दिते। हुण जदों वापस घर पहुंचिया ते मां ने देखिया कि खाली हथ तुरिया आंदा है, दे के इहनूं पैसे भेजे, वो भी सुटिया आ, खाली हथ वापस आ रहा है। आंदे दे फिर घरों भी जुत्तियां पईयां, जुत्तियां पैंदियां ने, डंडे ही पैंदे ने भी आ की करे ने, इन्ना समा कित्थे लाया है। इसे तरह ही असीं सारे धरती दे उत्ते आप नहीं आए, जिन तुम भेजे, जिस वाहिगुरु जी ने सानू भेजिया, नाल की दे के भेजिया सी? गिण घाले सब दिवस सास, न बदन न घटन तिन सार, हीरियां तो महंगे साह दे के भेजिया सी। कादे लई? बंदा नाम दे जपण नूं आया, माया ने जंजाल पालिया, बिचों गर्भे निकल आया, बिचों गर्भे निकल आया।
खसम विसार दुनी चित लाया, माया ने जंजाल पा लिया बंदा, नाम दे जपण नू सियाया, माया ने जंजाल पा लिया। इतना काल की करदा, ये तमाशे करदा। साडा जिहड़ा परिवार है ना, एक तमाशा ही है, एक फिल्म की तरह। जिवें कई बार बीबियां चाह रख के ते नाटक देखण लग जांदियां, वो चाह उबल उबल के पतीली भी सड़ जाती, काली हो जाती, भुल ही जाता है वो कित्थे रुझ गईयां, नाटक विच लग गईयां। ऐदां ही काल ने की कीता, साडी जिंदगी च नाटक कीते हुए। उन्हें की कीता, भरा भरा दा धड़ा बना दिता। एक भरा दे विचार होर कर दिते, दूए दे विचार बदल गए। जे गुरुद्वारे नाम जपना सी, इत्थे कमेटी दे विचार बदल दिते। एक कहंदा इदां होना चाहिए, दूआ कहंदा करके दिखाओ। वो की कीता, धड़े बना दिते। कहंदे कलयुग में धड़े, कलयुग विच एक परिवार तो लैके पूरी दुनिया विच तुहानूं धड़े नजर आउणगे। एक कहेगा नाम जपो ते दूआ कहेगा जप के दिखाओ। मैं जपण नहीं दिंदा। तुसी घर विच कहो मैं जाके गुरुद्वारे पाठ करना है, मैं सिमरन करन लगी हां, ते घर वाले को करके दिखा। वड्डी आदि भगत नहीं, बड़ा कुछ। एक ही है काल दा एक जाल है। उन्हें नाम दी बजाय की करना, साडे परिवार विच कलेश पा देना। असी सारी उम्र कलेश ही सिद्धा करी जाना। जे एक रिश्तेदार मन गया, दूआ रुस जाएगा, असी उन्होंने मनाण। जिद्दां नाटक तुसी टीवी च देखदे हो ना, ओही नाटक तुहाडी फैमिली विच चलेगा, ते असी सारी उम्र वो नाटक च रुझे रहने हैं, ते जिहड़ा असली कारज सी वो भुल ही जाता। ये नाटक किहने चलाया होया, कौन सानू सारी उम्र जाल च फसाई रखदा, उलझाई रखदा, समय नहीं लगदा। इनू कहते माया दा जाल, इनू कहते काल दा जाल। ते ही आपां पढ़ रहे सी, मन त्रै गुणा विच जद आउंदा। त्रै गुण है कि तीन लोक, आकाश लोक, भूम लोक ते पताल लोक। ये तीन लोक दे विच 84 लाख जोन वरतदी है, खेडदी है। इनू मात लोक कहते हैं। इन्हां तिन्नां लोकां दे विच जदों मन आउंदा है, इत्थे काल दी ड्यूटी है तू जाल पाना। वो साडे उत्ते जाल पा ले। काल माया जाल विछाउंदा, मन नू इस दे विच फसाउंदा, मन नू इस दे विच फसाउंदा, बाणी इस तो छुड़ाउंदी है, बाणी इस तो छुड़ाउंदी है। मन ने निज कर किंज है जाना, इसदा भेद बताउंदी है। मन ने निज कर किंज है जाना, इसदा भेद बताउंदी है। गुरु भेद पंजां दा देवे, गुरु भेद पंजां दा देवे, विच विकारां पाउंदे जेड़े। गुरु भेद पंजां दा देवे, विच विचारां पाउंदे जेड़े। लवाउंदे 84 दे फिर गेड़े, लवाउंदे 84 दे फिर गेड़े। ए ओ गेड़ मटाउंदी है, बाणी ओ गेड़ मटाउंदी है। मन ने निज कर किंज है जाना, ए ओ भेद बताउंदी है। बाणी गुरु गुरु है बाणी, जिसने इस दी रमज पछाणी। सच दा राह दिखाउंदी है, सच दा राह दिखाउंदी है। संतां गुरां जो अनुभव कीता, संतां गुरां जो अनुभव कीता। बाणी च सारा ही लिख दिता, बाणी दे विच सारा ही लिख दिता। मन नू किदां काबू उन्हां कीता, मन नू किदां काबू उन्हां कीता। ए ओ भेद बताउंदी है, बाणी गुरु गुरु है बाणी। जिसने इस दी रमज पछाणी,
सच दा राह दिखाउंदी है। ये प्यारे मन नूं काबू करना, पातशाह कहते मन जीता जग जी, दुनिया जितन के बराबर है। पर कोई जोर नाल कवे, अपनी सियाणप चतुराई नाल कवे मन काबू कर लेना, कदे नहीं होया। जिन्हां ने कीता कितना कीता, ये गुरु की कृपा नाल काबू होंदा है। ये पंज चोर जिन्हां नूं महाबली योधे कहा, ये पंज चोर ने ना जिहड़े काम क्रोध रोम अहंकार जिहड़े सानू उलझाई करते हैं। ये पंज चोर पातशाह कहंदे महाबली ने। गुरु अर्जन देव पातशाह कहते मैनू भी बड़ा सता रहे सी, पर मैं ढाले। जिदा पहलवान होंदा ना, कोई नामी पहलवान जिहने सारे इलाके नूं जित्तिया होवे, वो बड़े मल पट्टां ते थापियां मार के कहता कोई झंडी पुट के दिखाओ। ऐसे ही गुरु अर्जन देव महाराज कहते पंजे जवान जिन्हां सारी दुनिया जित्ती सी, ये महाबली योधे आके मोरे खड़ गए, मैनू हरा के दिखाओ। पर कहते मेरे को किहदा थापड़ा सी, मेरे गुरु का। उस वेले गुरु रामदास महाराज गुरु सन ते कहते हौ गुसाई दा पहलवानड़ा, गुर मिल कुछ दमागड़ा। कहते मैं अपने गुसाई गुरु दे कोलों जेड़ा पहलवान दा उस्ताद हुंदा है ना, की सिखांदा। वही नहीं कहता कला मत्था टेक ला तू जित जाना, आके मेरे पैर फड़िया कर, इन्ना नहीं कहता। कहता पैर फड़ने बड़े जरूरी है, क्योंकि जे मेरा सत्कार नहीं करेगा तो मेरे तो कुछ लेगा किवें। पर असली चीज वो की दिंदा, उस्ताद दिंदा है पहलवानी दे गुण, गुर दिंदा है, जिन्हों कहते गुर, तकनीक दसदा कितना ढाना। इसे तरह साडा गुरु भी सानू जुगतियां दसदा है। मन नूं काबू करना ते तैनूं जुगती चाहिदी है। जदों तक तेरे कोल जुगती नहीं, उन्ना चिर तू मन नूं काबू नहीं कर सकता। तू परमात्मा तक नहीं पहुंच सकता। सच तां पर जानिए जे जुगत जाने जियो। जे तेरे कोल जुगती नहीं ते जोर ला के सारी दुनिया थक गई, किसी दे काबू ना आया। हजारां साल जंगलां च बैठ के तप करते मर गए, उन्हां दे भी मन काबू ना आया। इस करके गुरु की दिंदा है, ज्ञान अंजन गुर दिया, अज्ञान अंधेर विनाश। गुरु ज्ञानता दी जुगती दिंदा है। ते पातशाह कहते किवें फिर जिन्हों पढ़ते पंच दूत तुद वस कीते काल कंटक मारिया। ये जेड़ा काल ते पंज चोर अड़जाई करदे सी, गुरु दे दसे राह दे ते जदों चलिया ते जिवें पहलवान दूजे नूं चित कर दिंदा है, वो उहदा शागिर्द हो जाता। इसे तरह ये पांच चोर पातशाह कहते मैं बंद ले, मैं बस कर ले। इन्हां दा मुखी जेड़ा काल सी ओनू मार दिता। किवें मारिया? वो नाम नाल जुड़ के, जो गुरु ने ज्ञान दिता उहदे नाल जुड़ के। ते इस तरह पातशाह गुरु अर्जन देव महाराज ने जंग जित लई। ते जदों जित लई फिर की कहंदे ने, जिवें कबीर महाराज कहंदे भगवत भीर सखत सिमरन की काटी काल पै फांसी। दास कबीर चढ़ियो गढ़ पर राज लियो अविनाशी। जदों दुश्मन नूं हरा दईए फिर बंदे दा अपना कब्जा हो जाता है, ओदा राज हो जाता है। इसे तरह कहते फिर असीं राज कर लिया। पहला इस शरीर नगरी ते राज कीता। पहला अखां पंज चोरां दे पिछे लग के माड़ा तकदियां सी, क्रोध बस सी, लोभ विच रहिंदियां सी। हुण इन्हां दे उत्ते साडा राज है। अगे जीव पंजा चोरां दे आखे लगदी सी, हुण मेरी मर्जी तो बिना कदे धिक्का नहीं बोलदी, कदे चुगली नहीं करदी, कदे निंदिया नहीं करदी, क्योंकि जित लिया राज, इस नगरी नूं जित लिया। इस तरह फिर महाराज दा राज होया। कबीर महाराज कहंदे अविनाशी राज ले लिया। सो ये पंज चोर जिहड़े विचारां च पांदे। हुण देखो जदों बाणी पढ़दे तां की हुंदा, एक ओंकार सतनाम करता पुरख, अजे करते ही हुंदे ते मन किधर पहुंच जाता। मझ कदे मज्जां नूं पट्ठे पाण निकल जाता, कदे सोचदा कि घरे नियाणे पता नहीं स्कूलों आवे होणे कि नहीं। एक ही है बैठे सी बाणी पढ़न, पर मन नूं विकारां च विचारां च पा लिया। किने पाया? पंच दूत चित बियो विकारा, माया मोह का एक सार।
5 ਚੋਰ ਕੱਢ ਕੇ ਲੈ ਗਏ। ਅਸੀਂ ਸੋਚਿਆ ਅਸੀਂ 1 ਘੰਟਾ ਬਾਣੀ ਪੜ੍ਹ ਲਈ, ਪਰ ਜਿਹਨੇ ਪੜ੍ਹਨੀ ਸੀ, ਜਿਸ ਮਨ ਨੇ ਬਦਲਣਾ ਸੀ, ਉਹ ਮਨ ਤਾਂ ਨਜ਼ਾਰੇ ਲੈ ਰਿਹਾ ਸੀ, ਉਹ ਤਾਂ ਬਾਜ਼ਾਰਾਂ 'ਚ ਘੁੰਮ ਰਿਹਾ ਸੀ। ਕਿੱਦਾਂ ਬਦਲੇਗਾ ਉਹ ਮਨ? ਕਿੱਦਾਂ ਫਿੱਕਾ ਬੋਲਣਾ ਛੱਡੇਗਾ ਉਹ ਮਨ? ਕਿੱਦਾਂ ਉਹ ਮਨ ਬੁਰੀਆਂ ਆਦਤਾਂ ਤੋਂ ਵਰਤੇਗਾ? ਕਿਉਂਕਿ ਉਸ ਮਨ ਉੱਤੇ ਤਾਂ ਸਾਬਣ ਲੱਗੇ, ਮਨ ਤੇ ਦੌੜੀ ਗਿਆ। ਤੇ ਪਾਤਸ਼ਾਹ ਤੇ ਨਹੀਂ ਕਹਿੰਦੇ ਇਹ ਕਿਉਂ ਹੋਇਆ? ਤੁਸੀਂ ਸਿਮਰਨ ਕਰਨ ਲੱਗੇ ਅੱਖਾਂ ਬੰਦ ਕੀਤੀਆਂ, ਵਾਹਿਗੁਰੂ ਵਾਹਿਗੁਰੂ ਇੱਥੇ ਬੋਲ ਰਹੇ ਸੀ, ਮਨ ਨਿਕਲ ਕੇ ਪ੍ਰਸ਼ਾਦਾ ਖਾਣ ਚਲਿਆ ਗਿਆ। ਉਹ ਲੰਗਰ 'ਚ ਦੇਖੀ ਜਾਂਦਾ ਚਾਹ ਬਣ ਗਈ ਕਿ ਨਹੀਂ ਬਣ ਗਈ। ਤੇ ਫਿਰ ਕੀ ਹੋਇਆ? ਪਾਤਸ਼ਾਹ ਕਹਿੰਦੇ 5 ਦੂਤ ਚਿੱਤ ਵਿਓ ਵਿਕਾਰਾ। ਇਹ ਵਿਚਾਰ ਕਿੱਥੋਂ ਆ ਰਹੇ ਆ? ਇਹ 5 ਚੋਰ ਸਾਨੂੰ ਪਰਝਾ ਰਹੇ ਆ। ਕਿਤੇ ਨਾਮ ਦੇ ਰਾਹ ਤੇ ਚੜ ਨਾ ਜਾਣ, ਕਿਤੇ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ, ਕਿਤੇ ਉਸ ਜਹਾਜ਼ ਵਿੱਚ ਸੁਰਤ ਟਿਕ ਨਾ ਜਾਵੇ, ਨਹੀਂ ਤਾਂ ਚੜ ਕੇ ਆਪਣੇ ਦੇਸ਼ ਪਹੁੰਚ ਜਾਣੇ। ਤਾਂ ਕਹਿ ਰਹੇ ਹਨ, ਜੋ ਵਿਚਾਰ ਕੇ ਇਸ ਨੂੰ ਪੜਦਾ, ਲੈਂਦਾ ਭਰਮ ਦਾ ਉਸ ਦਾ ਪਰਦਾ। ਜੋ ਵਿਚਾਰ ਕੇ ਇਸ ਨੂੰ ਪੜਦਾ, ਲੈਂਦਾ ਭਰਮ ਦਾ ਉਸ ਦਾ ਪੜਦਾ। ਫਿਰ ਉਹ ਬਾਰ-ਬਾਰ ਨਹੀਂ ਮਰਦਾ, ਫਿਰ ਉਹ ਬਾਰ-ਬਾਰ ਨਹੀਂ ਮਰਦਾ। ਜੀਵਨ ਮਰਨ ਦਾ ਢੰਗ ਸਿਖਾਉਂਦੀ ਹੈ ਬਾਣੀ, ਗੁਰੂ ਗੁਰੂ ਹੈ ਬਾਣੀ। ਜਿਸ ਨੇ ਇਸ ਦੀ ਰਮਜ ਪਛਾਣੀ, ਸੱਚ ਦਾ ਰਾਹ ਸਿਖਾਉਂਦੀ ਹੈ। ਬਾਣੀ ਕੀ ਸਿਖਾਉਂਦੀ ਹੈ? ਬਾਣੀ ਮਰਨਾ ਸਿਖਾਉਂਦੀ ਹੈ। ਬਾਣੀ ਪੜ੍ਹ ਕੇ ਅਸੀਂ ਮਰਨਾ ਸਿੱਖਣਾ। ਤੇ ਅਸੀਂ ਸਾਰੇ ਚਾਹੁੰਦੇ ਵੀ ਅਸੀਂ ਮਰੀਏ ਨਾ ਕਦੇ। ਜਿਹਨੂੰ ਮਰਜ਼ੀ ਪੁੱਛੋ, ਇੱਕੋ ਹੀ ਡਰ ਸਤਾਉਂਦਾ ਹੈ, ਕਿਤੇ ਮਰ ਨਾ ਜਾਈਏ। ਕਿਉਂਕਿ ਸਾਰੇ ਡਰ ਇੱਕੋ ਜਗ੍ਹਾ ਜਾ ਕੇ ਇਕੱਠੇ ਹੋ ਜਾਂਦੇ। ਜਿੰਨੇ ਵੀ ਦੁਨੀਆ ਦੇ ਡਰ ਹੈ, ਉਹ ਸਾਰੇ ਡਰ ਇੱਕੋ ਜਗ੍ਹਾ ਇਕੱਠੇ ਹੁੰਦੇ ਆ ਜਾ ਕੇ, ਕਿਤੇ ਮਰ ਨਾ ਜਾਈਏ। ਇਸੇ ਵਾਸਤੇ ਅਸੀਂ ਪਾਠ ਵੀ ਖਲਾਉਂਦੇ ਹਾਂ। ਕਈ ਤਾਂ ਇਸੇ ਕਰਕੇ ਪਾਠ ਕਰਦੇ, ਕਿਤੇ ਮਾਰੀ ਨਾ ਜਾਈਏ। ਮਹਾਰਾਜ ਹਸਪੀਟਲ ਦਾਖਲ ਹੈ, ਸਤਿਗੁਰੂ ਕਹਿੰਦੇ ਪਰ ਇਹ ਸੱਚਾਈ ਹੈ ਪੁੱਤ, ਤੈਨੂੰ ਭਾਵੇਂ ਪੌੜੀ ਲੱਗੇ ਜਾਂ ਨਾ ਲੱਗੇ, ਤੂੰ ਚਾਹੇ ਪਾਠ ਕਰ, ਕੁਝ ਵੀ ਕਰ, ਪਰ ਸੱਚਾਈ ਇਹ ਹੈ ਵੀ ਇਹ ਮੇਰਾ ਇੱਕ ਨਿਯਮ ਹੈ, ਮੇਰੇ ਗੁਰੂ ਦਾ ਹੀ ਬਣਾਇਆ ਹੋਇਆ ਨਿਯਮ ਹੈ, ਮੇਰੀ ਕੁਦਰਤ ਦਾ ਇੱਕ ਨਿਯਮ ਹੈ। ਜੋ ਆਇਆ ਸੋ ਚੱਲ, ਸਭ ਤੋਂ ਆਈ ਵਾਰੀ ਹੈ। ਗੁਰੂ ਨਾਨਕ ਨੇ ਨਹੀਂ ਕਿਹਾ ਤੁਸੀਂ ਕੁਦਰਤ ਦੇ ਸਿਧਾਂਤ ਬਦਲ ਦਿਓ ਜੇ ਬਾਣੀ ਪੜ੍ਹਨ ਲੱਗ ਗਏ। ਉਹ ਕਹਿੰਦਾ ਕੁਦਰਤ ਦੇ ਸਿਧਾਂਤ ਨੂੰ ਅਪਣਾਉਣਾ ਸਿੱਖੋ, ਤੁਸੀਂ ਕੁਦਰਤ ਦੇ ਅਨੁਕੂਲ ਹੋਣਾ ਸਿੱਖੋ, ਤਾਂ ਕਿ ਤੁਹਾਨੂੰ ਕੁਦਰਤ ਪਰੇਸ਼ਾਨੀ ਨਾ ਕਰੇ। ਹੁਣ ਪਰੇਸ਼ਾਨੀ ਇਸ ਗੱਲ ਦੀ ਹੈ ਕਿ ਅਸੀਂ ਮਰ ਜਾਵਾਂਗੇ। ਗੁਰੂ ਨਾਨਕ ਇਹ ਨਹੀਂ ਕਹਿੰਦਾ ਮੈਂ ਤੈਨੂੰ ਮਰਨ ਨਹੀਂ ਦਿਆਂ। ਗੁਰੂ ਨਾਨਕ ਕਹਿੰਦਾ ਤੈਨੂੰ ਜੇ ਤੂੰ ਜੰਮਿਆ ਹੈ ਤੇ ਮਰਨਾ ਹੀ ਪੈਣਾ ਹੈ। ਜਨਮੰ ਤੇ ਮਰਨੰ, ਜੇ ਜੰਮੇ ਤੇ ਤੂੰ ਮਰਨ ਵਾਸਤੇ ਹੀ ਜੰਮਿਆ ਹੈ। ਇਹ ਅਟਲ ਸੱਚਾਈ ਹੈ। ਚਾਹੇ ਅੱਜ ਮਨ ਬੰਨ ਲੈ, ਚਾਹੇ ਸਮਾਂ ਪਾ ਕੇ ਬੰਨ ਲੈ, ਇਹ ਗੱਲ ਅਟਲ ਹੈ। ਪਰ ਗੁਰੂ ਨਾਨਕ ਕਹਿੰਦਾ ਇੱਕ ਵਾਰ ਮੇਰੇ ਕੋਲੋਂ ਮਰਨਾ ਸਿੱਖ ਲੈ, ਇੱਕ ਵਾਰ ਆ ਕੇ ਮੇਰੇ ਕੋਲੋਂ ਮਰਨਾ ਸਿੱਖ ਲੈ, ਫਿਰ ਤੈਨੂੰ ਕਦੇ ਬਾਰ-ਬਾਰ ਮਰਨ ਨਹੀਂ ਦੇਣਾ। ਉਹ ਮਰਨਾ ਕਿਹੜਾ ਹੈ? ਜਿਹਨੂੰ ਪਾਤਸ਼ਾਹ ਕਹਿੰਦੇ ਹਨ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ, ਮਰਨੇ ਹੀ ਤੇ ਪਾਈਏ ਪੂਰਨ ਕਰਨਾ। ਦੋ ਤਰ੍ਹਾਂ ਦੀ ਮੌਤ ਹੁੰਦੀ ਹੈ। ਸਮਾਂ ਥੋੜਾ ਅੱਜ ਆਪਾਂ ਨਹੀਂ ਵਿਚਾਰ ਸਕਦੇ। ਬੰਦਾ ਦੋ ਤਰ੍ਹਾਂ ਦੇ ਨਾਲ ਮਰਦਾ। ਜਦੋਂ ਜਮ ਆ ਕੇ ਸਾਡੀ ਨਾਭੀ ਤੋਂ ਗੰਢ ਖੋਲਦੇ ਨੇ ਨਾ, ਸਾਡਾ ਸੂਖਸ਼ਮ ਔਰ ਸਥੂਲ, ਇਹ ਦੋ ਚੀਜ਼ਾਂ ਦਾ ਮੇਲ ਹੈ। ਜਿੰਨਾ ਚਿਰ ਸਰੀਰ ਤੇ ਆਤਮਾ ਭਾਵ ਸੂਖਮ ਸਰੀਰ ਜੁੜਿਆ ਹੋਇਆ, ਅਸੀਂ ਇਨਸਾਨ ਹਾਂ। ਜਿਸ ਦਿਨ ਆ ਕੇ ਦੋਵਾਂ ਦੀ ਗੰਢ ਖੋਲ ਦਿੱਤੀ, ਇਹਨਾਂ ਨੂੰ ਵੱਖ-ਵੱਖ ਕਰ ਦਿੱਤਾ, ਉਸ ਦਿਨ ਸਰੀਰ ਬੱਜਰ ਮਿੱਟੀ ਇੱਥੇ ਪਿਆ ਰਹਿ ਜਾਏਗਾ। ਇਹਦੇ ਛੱਡ ਕੇ ਸਾਨੂੰ ਜਾਣਾ ਪਏਗਾ। ਹੁਣ ਜਦੋਂ ਜਾਣਾ ਹੈ, ਉੱਥੇ ਦੋ ਰਸਤੇ ਨੇ। ਇੱਕ ਰਸਤਾ ਗੁਰਮੁਖਾਂ ਵਾਲਾ, ਕਿਉਂਕਿ ਗੁਰਮੁਖ ਪਹਿਲਾਂ ਹੀ ਜਦੋਂ ਮਾਲਕ ਦੀ ਚਿੱਠੀ ਆਉਂਦੀ ਹੈ ਨਾ ਕਿ ਮੇਰੇ ਮਾਲਕ ਦਾ ਸੁਨੇਹਾ ਆਇਆ, ਉਸੇ ਵੇਲੇ ਆਪਣੇ ਪਰਿਵਾਰ ਨੂੰ ਫਤਿਹ ਬੁਲਾ ਕੇ ਕਹਿੰਦੇ ਨੇ, ਮਤ ਮੈਂ ਪਿੱਛੇ ਕੋਈ ਰੋਗ ਸੀ, ਮੈਂ ਚਲੇ ਜਾਣਾ, ਪੁੱਤ ਕੋਈ ਰੋਇਓ ਨਾ, ਕਿਉਂਕਿ ਮੇਰੇ ਵਾਹਿਗੁਰੂ ਦਾ ਜਹਾਜ਼ ਮੈਨੂੰ ਲੈਣ ਆ ਗਿਆ। ਨਾਨਕ ਨਾਮ ਜਹਾਜ਼ ਹੈ।
ਉਹ ਸੁਰਤ ਫਿਰ 9 ਦਰਾਂ ਚੋਂ ਕੱਢ ਕੇ ਨਾਮ ਦੇ ਨਾਲ ਜੋੜਦੇ ਨੇ। 9 ਦਰ ਛੱਡ ਕੇ, ਮਿੱਟੀ ਦਾ ਘਰ ਛੱਡ ਕੇ ਅਸਲੀ ਘਰ ਪਹੁੰਚ ਜਾਂਦੇ, ਜਿਹਨੂੰ ਕਹਿੰਦੇ ਸਤਿਗੁਰ ਤੇ ਪਾਏ ਵਿਚਾਰਾ, ਸੁਨ ਸਮਾਧ ਸੱਚੇ ਘਰ ਵਾਲਾ। ਉਸ ਘਰ ਪਹੁੰਚ ਜਾਂਦੇ। ਤੇ ਜਿਹੜੇ ਮਨਮੁਖ ਨੇ ਉਹ ਕਹਿੰਦੇ ਅਸੀਂ ਤਾਂ ਛੱਡਣਾ ਹੀ ਨਹੀਂ। ਉਹਨਾਂ ਨੂੰ ਫਿਰ ਜਿਹਨੂੰ ਕਹਿੰਦੇ ਜਮ ਦਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ। ਫਿਰ ਜਮ ਮਾਰਗ ਤੇ ਪਾ ਕੇ ਨਾ ਟੁੱਟਦੇ, ਉਹ ਦੂਜਾ ਰਸਤਾ ਹੈ। ਤੇ ਜਿਹੜੇ ਜਮਾਂ ਵਾਲੇ ਰਾਹ ਤੇ ਗਏ, ਉਹਨਾਂ ਨੂੰ ਬਾਰ-ਬਾਰ ਜੰਮਣਾ ਪਏਗਾ, ਬਾਰ-ਬਾਰ ਮਰਨਾ ਪਏਗਾ। ਤੇ ਜਿਨ੍ਹਾਂ ਨੇ ਆਪ ਖੁਸ਼ੀ ਦੇ ਨਾਲ ਇਸ ਘਰ ਨੂੰ ਛੱਡ ਕੇ ਨਾਮ ਦੇ ਬੇੜੇ ਤੇ ਚੜ੍ਹ ਕੇ ਆਪਣੇ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਘਰ ਗਏ, ਉਹਨਾਂ ਨੂੰ ਫਿਰ ਕਦੇ ਬਾਰ-ਬਾਰ ਮਰਨਾ ਹੀ ਨਹੀਂ ਪੈਂਦਾ। ਇਸ ਕਰਕੇ ਗੁਰੂ ਕਹਿੰਦਾ ਮੇਰੇ ਕੋਲ ਆ ਕੇ ਮਰਨ ਦਾ ਢੰਗ ਸਿੱਖੋ। ਤੇ ਗੁਰੂ ਇਹੀ ਸਿਖਾ ਰਿਹਾ ਹੈ, ਕਹਿੰਦੇ ਫਿਰ ਉਹ ਬਾਰ-ਬਾਰ ਨਹੀਂ ਮਰਦਾ, ਜੀਵਨ ਮਰਨ ਦਾ ਢੰਗ ਸਿਖਾਉਂਦੀ ਹੈ। ਬਾਣੀ ਗੁਰੂ ਗੁਰੂ ਹੈ ਬਾਣੀ, ਜਿਸ ਨੇ ਇਸ ਦੀ ਰਮਜ ਪਛਾਣੀ, ਸੱਚ ਦਾ ਰਾਹ ਸਿਖਾਉਂਦੀ ਹੈ। ਘਰ ਦੇ ਵਿੱਚ ਅੰਮ੍ਰਿਤ ਹੈ ਤੇਰੇ, ਸ਼ਬਦ ਕਾਢ ਪੀ ਲੈ ਮਨ ਮੇਰੇ। ਘਰ ਦੇ ਵਿੱਚ ਅੰਮ੍ਰਿਤ ਹੈ ਤੇਰੇ, ਸ਼ਬਦ ਕਾਢ ਪੀ ਲੈ ਮਨ ਮੇਰੇ। ਸਾਡੇ ਘਰ ਦੇ ਵਿੱਚ ਅੰਮ੍ਰਿਤ ਹੈ। ਅੰਮ੍ਰਿਤ ਕੀ ਹੈ? ਕਦੇ ਸੋਚਿਆ ਅੰਮ੍ਰਿਤ ਕੀ ਚੀਜ਼ ਹੁੰਦੀ ਹੈ? ਅੰਮ੍ਰਿਤ ਸਾਡੀ ਰੂਹ ਦੀ ਖੁਰਾਕ ਹੈ। ਜਿੱਦਾਂ ਸਰੀਰ ਦਾ ਭੋਜਨ ਛਕਦੇ ਨੇ, 36 ਪ੍ਰਕਾਰ ਦੇ ਪਕੌੜੇ ਪਦਾਰਥ ਕਿੰਨਾ ਕੁਝ ਛਕਦੇ, ਰੋਜ਼ ਨਵਾਂ ਲੱਭਦੇ। ਸਰੀਰ ਕਮਜ਼ੋਰ ਪੈ ਗਿਆ ਜੀ, ਹੁਣ ਫਲਾਨੀ ਚੀਜ਼ ਲੈ ਕੇ ਆਓ, ਮੈਨੂੰ ਦੁੱਧ ਵੀ ਪਿਆਓ, ਮੈਂ ਤਕੜਾ ਹੋ ਜਾਵਾਂ, ਨਹੀਂ ਤਾਂ ਡਿੱਗਦਾ ਮੈਂ ਡਿੱਗ ਜਾਵਾਂ। ਸਰੀਰ ਦਾ ਕਿੰਨਾ ਫਿਕਰ ਕਰਦੇ। ਪਰ ਪਾਤਸ਼ਾਹ ਕਹਿੰਦੇ ਕਦੇ ਸੋਚਿਆ ਆਪਣੀ ਰੂਹ, ਆਪਣੇ ਮਨ ਬਾਰੇ? ਜਿਹੜਾ ਸਰੀਰ ਨੂੰ ਚਲਾਉਂਦਾ ਹੈ, ਜਿਹੜਾ ਸਰੀਰ ਨੂੰ ਚਲਾ ਰਿਹਾ, ਉਹ ਤਾਂ ਮਨ ਹੈ। ਤੇ ਮਨ ਦਾ ਭੋਜਨ ਕਦੇ ਲਿਆ ਹੀ ਨਹੀਂ। ਮਨ ਦਾ ਭੋਜਨ ਕੀ ਹੈ? ਮਨ ਪਕੌੜੇ ਨਹੀਂ ਛਕਦਾ, ਮਨ ਲੰਗਰ ਨਹੀਂ ਛਕਦਾ। ਜੇ ਮਨ ਪਕੌੜੇ ਲੰਗਰ ਛਕਦਾ ਹੁੰਦਾ ਤੇ ਅੱਜ ਨੂੰ ਲੰਗਰ ਹਾਲ ਚ ਪਕੌੜਿਆਂ ਦੀ ਲੜਾਈ ਨਾ ਹੁੰਦੀ, ਮਨ ਰੱਜ ਜਾਣਾ ਸੀ। ਪਰ ਇੰਨੇ ਸਾਲਾਂ ਤੋਂ ਖਾ ਕੇ ਕਿਹੜਾ ਰੱਜ ਗਿਆ ਪਿਆ ਹੈ? ਅੱਜ ਵੀ ਤਾਂ ਜਾਣ ਲੱਗੇ ਕਹਿੰਦੇ ਗੁਰਦੁਆਰੇ ਆ ਤਾਂ ਬਣਾਇਆ ਹੀ ਨਹੀਂ, ਕਿਉਂਕਿ ਇਹ ਸਰੀਰ ਦਾ ਹੀ ਭੋਜਨ ਹੈ, ਮਨ ਦਾ ਭੋਜਨ ਨਹੀਂ ਹੈ। ਅਸੀਂ ਭਾਵੇਂ ਮਰਨ ਤੋਂ ਬਾਅਦ ਜਲੇਬੀਆਂ ਭੇਜਦੇ ਆ, ਪਿੱਛੇ ਪਤਾ ਨਹੀਂ ਕੀ ਕੀ ਛਕਾ ਦਿੰਦੇ ਆ। ਬਾਬਾ ਜੀ ਆ ਛਕੋ, ਸਾਡਾ ਬਜ਼ੁਰਗ ਆ ਵੀ ਛਕਦਾ ਸੀ। ਪਿਆਰੇ